ਸ੍ਰੀ ਰਾਗ ਦੇ ਅੰਦਰ ਸ੍ਰੀ ਪਾਤਸ਼ਾਹ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਨ ਕਰਦੇ ਹੈ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿਨ ਨਾ ਜਾਈ। ਪੰਡਤ ਨੂੰ ਇੱਕ ਵਿਚਾਰ ਦੱਸਦੇ ਆ ਕਬੀਰ ਸਾਹਿਬ ਵੀ ਹੇ ਪੰਡਤ ਜੀ, ਵੀ ਮੈਂ ਤੈਨੂੰ ਇੱਕ ਅਚਰਜ ਦੱਸਦਾ ਗੱਲ। ਇਸ ਚਰਜ ਹੁੰਦਾ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਿਸਮਾਦ ਆਖੇ। ਕਹਿੰਦੇ ਇੱਕ ਅਚਰਜ ਗੱਲ ਹੈ, ਏਕ ਸੁਨੋ ਰੇ ਪੰਡਿਆ। ਹੇ ਪੰਡਤ ਜੀ, ਇੱਕ ਗੱਲ ਮੈਂ ਤੁਹਾਨੂੰ ਬੜੀ ਬਿਸਮਾਦ ਦੀ ਦੱਸਦਾ। ਅਬ ਕਿਛ ਕਹਿਣ ਨਾ ਜਾਏ, ਪਰ ਮੈਂ ਦੱਸਣਾ ਵੀ ਹੈ ਪਰ ਦੱਸੀ ਵੀ ਨਹੀਂ ਜਾਣੀ। ਇਹ ਬੜੀ ਵੱਡੀ ਗੱਲ ਹੈ ਕਿ ਦੱਸਿਆ ਵੀ ਹੈ ਤੇ ਦੱਸਿਆ ਵੀ ਨਹੀਂ ਗਿਆ। ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਦੂਸਰੇ ਨੂੰ ਵੀ ਦੱਸਣਾ ਤੇ ਦੱਸਿਆ ਵੀ ਨਹੀਂ ਜਾਂਦਾ। ਕੀ ਅਚਰਜ ਹੈ, ਕੈਸਾ ਬਿਸਮਾਦ ਹੈ ਉਹ। ਪਾਤਸ਼ਾਹ ਕਹਿੰਦੇ ਉਹਨੇ ਕੀ ਕੀਤਾ, ਉਹ ਕੌਤਕ ਮੇਰੇ ਨਾਲ ਕੀ ਵਰਤਿਆ, ਉਹ ਭਾਣਾ ਕੀ ਵਰਤਿਆ ਕਿ ਸੁਰ ਨਰ ਗਣ ਗੰਧਰਵ ਜਿਨੀ ਮੋਹੇ ਤਿਰ ਭਵਨ ਮੇਖ ਖੁਲੀ ਲਾਏ। ਹੁਣ ਸੁਰ ਨੂੰ ਪੰਡਤ ਹੈ ਜਿਹੜਾ ਉਹ ਬੜਾ ਪਵਿੱਤਰ ਮੰਨਦਾ ਦੇਵਤੇ ਨੂੰ। ਨਰ ਹੋ ਗਏ ਮਨੁੱਖ, ਗਣ ਹੁੰਦੇ ਨੇ ਸ਼ਿਵ ਜੀ ਦੇ ਚੇਲੇ ਜੋਗੀ, ਗੰਧਰਵ ਹੁੰਦੇ ਨੇ ਉਸਤਤ ਕਰਨ ਵਾਲੇ ਰਾਗੀ ਜਿਹੜੇ ਗਾਉਂਦੇ। ਪਾਤਸ਼ਾਹ ਕਹਿੰਦੇ ਜਿਨੀ ਮੋਹੇ, ਕਹਿੰਦੇ ਇਹ ਤਾਂ ਸਾਰੇ ਹੀ ਮੋਹੇ ਹੋਏ ਨੇ। ਤਿਰ ਭਵਨ ਮੇਖੁਲੀ ਲਾਈ, ਕਹਿੰਦੇ ਤਿੰਨੇ ਭਵਨਾਂ ਦੇ ਅੰਦਰ ਨੇ ਇਹ, ਤੇ ਤਿੰਨੇ ਭਵਨਾਂ ਦੇ ਵਿੱਚ ਮੇਖੁਲੀ ਲਾਈ ਹੋਈ ਹੈ। ਭਾਵ ਕਿ ਉਹਦਾ ਜਿਹੜਾ ਹੁਕਮ ਹੈ ਉਹਦੇ ਵਿੱਚ ਨੇ। ਇਹ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਫਿਰ ਉਹ ਕੌਣ ਹੈ? ਉਹ ਹੈ ਅਚਰਜ। ਉਹਦੇ ਬਾਰੇ ਹੁਣ ਕਬੀਰ ਸਾਹਿਬ ਦੱਸਦੇ ਆ ਵੀ ਜਿਹਨੂੰ ਤੂੰ ਸਭ ਤੋਂ ਸ੍ਰੇਸ਼ਟ ਮੰਨਦਾ ਉਹ ਤਾਂ ਕਿਸੇ ਦੇ ਅਧੀਨ ਚੱਲਦੇ। ਜਿਹੜਾ ਕਿਸੇ ਦੇ ਅਧੀਨ ਹੀ ਨਹੀਂ ਚੱਲਦਾ, ਜਿਹਨੂੰ ਕੋਈ ਫੜ ਨਹੀਂ ਸਕਦਾ, ਜਿਹਨੂੰ ਕੋਈ ਗ੍ਰਿਫਤ 'ਚ ਨਹੀਂ ਲੈ ਸਕਦਾ, ਉਹ ਹੈ ਅਚਰਜ, ਉਹ ਹੈ ਬਿਸਮਾਦ, ਉਹ ਹੈ ਹੁਕਮ। ਉਹ ਕੀ ਹੈ? ਹੁਣ ਗਾਂ ਪਾਤਸ਼ਾਹ ਦੱਸਦੇ ਕਹਿੰਦੇ ਰਾਜਾ ਰਾਮ ਅਨਹਦ ਕਿੰਗਰੀ ਬਾਜੀ। ਉਹ ਰਾਜਾ ਰਾਮ ਹੈ। ਰਾਮ ਤਾਂ ਸਾਰਿਆਂ ਦਾ ਹੀ ਮੂਲ ਹੈ, ਪਰ ਸਾਰਿਆਂ ਦੇ ਮੂਲ ਦੇ ਉੱਪਰ ਕਿਸੇ ਦਾ ਰਾਜ ਚੱਲਦਾ ਹੈ। ਉਹ ਹੈ ਰਾਜਾ। ਰਾਜਾ ਹੁੰਦਾ ਜਿਹੜਾ ਜਾਗਦਾ ਹੈ, ਰੱਜਿਆ ਹੋਇਆ, ਜਿਹੜਾ ਤ੍ਰਿਪਤ ਹੈ, ਜਿਹਨੂੰ ਕਿਸੇ ਕਿਸਮ ਦੀ ਭੁੱਖ ਨਹੀਂ ਹੈ। ਜਿਹੜਾ ਮਨੁੱਖੀ ਨਾਟ 'ਚ ਆਤਮਾ ਆ ਗਈ, ਉਹਦੇ ਅੰਦਰ ਭੁੱਖ ਹੈ, ਉਹਦੇ ਅੰਦਰ ਇੱਛਾ ਹੈ। ਕਿਸੇ ਦੇ ਅੰਦਰ ਮਾਇਆ ਦੀ ਹੈ, ਕਿਸੇ ਦੇ ਅੰਦਰ ਸੱਚ ਦੀ ਹੈ। ਸੋ ਰਾਜਾ ਰਾਮ ਅਨਹਦ ਕਿੰਗਰੀ ਬਾਜੀ, ਕਹਿੰਦੇ ਮੇਰੇ ਰਾਮ ਦੇ ਅੰਦਰ, ਮੇਰੇ ਹਿਰਦੇ ਦੇ ਅੰਦਰ, ਮੇਰੀ ਪ੍ਰਾਤਮਾ ਦੇ ਅੰਦਰ ਉਹ ਜਿਹੜਾ ਰਾਜਾ ਹੈ, ਸੱਚਖੰਡ ਹੈ, ਉਹਨਾਂ ਦਾ ਜਿਹੜਾ ਹੁਕਮ ਹੈ ਅਨਹਦ, ਜਿਹੜਾ ਹੱਦ ਤੋਂ ਰਹਿਤ ਹੈ, ਜਿਹਨੂੰ ਕਿਤੇ ਮਾਪਿਆ ਨਹੀਂ ਜਾ ਸਕਦਾ, ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਜਿਹਨੂੰ ਮਿਣਿਆ ਨਹੀਂ ਜਾ ਸਕਦਾ। ਕਿੰਗਰੀ ਵੱਜਦਾ, ਕਹਿੰਦੇ ਉਹ ਕਿੰਗਰੀ ਮੇਰੇ ਅੰਦਰ ਵੱਜਦੀ ਹੈ। ਜੋਗੀਆਂ ਕੋਲ ਇੱਕ ਨਾਦ ਹੁੰਦਾ ਹੈ ਵਜਾਉਣ ਵਾਸਤੇ ਕਿੰਗਰੀ, ਪੰਡਤ ਕੋਲ ਵੀ ਹੁੰਦਾ, ਜਿਵੇਂ ਸ਼ੰਖ ਵਜਾਉਂਦੇ ਆ। ਇਸੇ ਤਰ੍ਹਾਂ ਕਹਿੰਦੇ ਮੇਰੇ ਅੰਦਰ ਤਾਂ ਉਹ ਅਨਹਦ ਕਿੰਗਰੀ ਵੱਜਦੀ ਹੈ। ਜਾ ਕੀ ਦਿਸ਼ਟ ਨਾਦ ਲਿਵ ਲੱਗ ਹੈ, ਕਹਿੰਦੇ ਉਹ ਚੀਜ਼ ਮੇਰੇ ਅੱਗੇ ਪ੍ਰਤੱਖ ਹੈ। ਔਰ ਉਸ ਨਾਦ ਦੇ ਨਾਲ, ਉਸ ਹੁਕਮ ਦੇ ਨਾਲ ਮੇਰੀ ਲਿਵ ਲੱਗੀ ਹੋਈ ਹੈ। ਮੈਂ ਉਸ ਹੁਕਮ ਨਾਲ ਜੁੜਿਆ ਹੋਇਆ, ਮੈਂ ਉਸ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਰਹਾਓ ਪਾਠੀ ਗਗਨ ਸਿੰਘਿਆ
ਅਰ ਚੁੰਗਿਆ ਕਨਕ ਕਲਸ ਇੱਕ ਪਾਇਆ। ਕਹਿੰਦੇ ਜਿਹੜੀ ਭਾਠੀ ਆ ਉਹ ਮੇਰਾ ਗਗਨ ਆ, ਉਹ ਮੇਰਾ ਹਿਰਦਾ ਹੈ। ਹਿਰਦਾ ਇੱਕ ਮੇਰੀ ਭੱਠੀ ਹੈ, ਉਹਦੇ ਵਿੱਚ ਸਿੰਘਿਆ ਹੁੰਦਾ ਵਿਚਾਰਨਾ, ਕਿਸੇ ਗੱਲ ਨੂੰ ਸੁਣ ਕੇ ਜਾਂ ਪੜ੍ਹ ਕੇ ਉਹਦੀ ਵਿਚਾਰ ਕਰਨੀ, ਉਹ ਸਿੰਘਿਆ। ਉਸ ਵਿਚਾਰ ਦੇ ਵਿੱਚੋਂ ਜੋ ਰਸ ਸਾਨੂੰ ਮਿਲਦਾ, ਜੋ ਸੁਗਿਆਨ ਸਾਨੂੰ ਪ੍ਰਾਪਤ ਹੁੰਦਾ, ਜਿਹਦੇ ਅਨੁਸਾਰ ਅਸੀਂ ਚੱਲਣਾ, ਉਹ ਹੈ ਚੁੰਗਿਆ। ਕਨਕ ਕਲ ਸਿੱਕ ਪਾਇਆ। ਕਹਿੰਦੇ ਜਿਹੜਾ ਕਨਕ ਸੀ, ਉਹੀ ਜਿਹੜੀ ਭਾਠੀ ਸੀ ਮੇਰਾ ਹਿਰਦਾ, ਉਹ ਹੁਣ ਕਨਕ ਹੋ ਗਿਆ। ਕਨਕ ਹੁੰਦਾ ਸ਼੍ਰੇਸ਼ਟ, ਸ਼ੁੱਧ। ਜਿਵੇਂ ਸਾਡੇ ਸੰਸਾਰ ਦੇ ਅੰਦਰ ਸੋਨੇ ਨੂੰ ਸਭ ਤੋਂ ਸ੍ਰੇਸ਼ਟ ਮੰਨਦੇ, ਵੈਸੇ ਜਿਹੜਾ ਗਗਨ ਹੈ, ਹਿਰਦਾ ਹੈ, ਇਹੀ ਸਭ ਤੋਂ ਸ੍ਰੇਸ਼ਟ ਹੈ ਗੁਰਮਤ ਦੇ ਅਨੁਸਾਰ। ਵਾ ਸੱਚਖੰਡ ਦੀ ਦ੍ਰਿਸ਼ਟੀ ਤੋਂ ਕਨਕ ਹੈ ਜਿਹੜਾ, ਉਹ ਕਲਸ ਹੈ, ਉਹ ਇੱਕ ਹੋ ਗਿਆ। ਉਹ ਮੈਂ ਪਾ ਲਿਆ, ਭਾਵ ਕਿ ਆਤਮਾ ਨੇ ਪ੍ਰਾਤਮਾ ਦਾ ਮਿਲਾਪ ਕਰ ਲਿਆ। ਖੋਇਆ ਕਾਹਦੇ ਨਾਲ? ਵਿਚਾਰ ਦੇ ਨਾਲ। ਪਹਿਲਾਂ ਸਿੰਘਿਆ, ਫਿਰ ਚੁੰਗਿਆ। ਚੁੰਗੀ ਹੋਈ ਚੀਜ਼ ਅੰਦਰ ਜਾਂਦੀ ਹੈ। ਜਿਵੇਂ ਕੋਈ ਬੱਚਾ ਚੁੰਗਦਾ ਜਾਂ ਕੋਈ ਪਸ਼ੂ ਦਾ ਬੱਚਾ ਚੁੰਗਦਾ, ਉਸ ਦੁੱਧ ਨੂੰ, ਉਸ ਪਦਾਰਥ ਨੂੰ ਆਪਣੇ ਅੰਦਰ ਲਿਜਾਂਦਾ। ਇਸੇ ਤਰ੍ਹਾਂ ਜਦੋਂ ਕੋਈ ਗੁਰਮੁਖ ਹੈ, ਗੁਰਬਾਣੀ ਦੀ ਵਿਚਾਰ ਕਰਦਾ, ਗੁਰਬਾਣੀ 'ਚੋਂ ਜਿਹੜਾ ਤੱਤ ਇਕੱਠਾ ਕਰਦਾ, ਉਹ ਆਪਣੇ ਅੰਦਰ ਲੈ ਕੇ ਜਾਂਦਾ, ਭਾਵ ਕੋ ਹਿਰਦੇ 'ਚ ਜਾਂਦਾ। ਜਿਵੇਂ ਬਾਹਰੀ ਭੋਜਨ ਅੰਦਰ ਜਾਂਦਾ, ਉਹ ਪੇਟ 'ਚ ਜਾਂਦਾ, ਗੁਰਮਤ ਦੀ ਵਿਚਾਰ ਵਾ ਦੂਸਰੀ ਮਾਇਆ ਦੀ ਵਿਚਾਰ, ਉਹ ਅੰਦਰ ਜਾਂਦੀ ਹੈ, ਉਹ ਹਿਰਦੇ 'ਚ ਜਾਂਦੀ ਹੈ। ਕਹਿੰਦੇ ਉਹ ਕਨਕ ਕਲਸ, ਕਹਿੰਦੇ ਉਸ ਹਿਰਦੇ ਨੂੰ ਮੈਂ ਸ਼ੁੱਧ ਕਰ ਲਿਆ, ਸ੍ਰੇਸ਼ਟ ਕਰ ਲਿਆ, ਇੱਕ ਪਾ ਲਿਆ। ਮੈਨੂੰ ਪਤਾ ਲੱਗ ਗਿਆ ਵੀ ਇੱਕ ਕੀ ਹੁੰਦਾ, ਮੈਨੂੰ ਸੋਝੀ ਆ ਗਈ। ਤਿਸਮੈ ਧਾਰ ਚੁਐ ਅਤ ਨਿਰਮਲ, ਰਸਮੈ ਰਸਨ ਚੁਆਇਆ। ਕਹਿੰਦੇ ਹੁਣ ਕੀ ਹੁੰਦਾ ਮੇਰੇ ਨਾਲ ਪੰਡਤ ਜੀ? ਤਿਸਮੈ ਧਾਰ ਚੁਐ, ਕਹਿੰਦੇ ਹੁਣ ਧਾਰ ਲਗਾਤਾਰ ਚੱਲਦੀ ਹੈ। ਦੇਖੋ ਜਿਹੜੀ ਧਾਰ ਹੈ ਨਾ, ਉਹ ਲਗਾਤਾਰ ਬਹਿਣ ਵਾਲੀ ਚੀਜ਼ ਹੈ। ਮੇਗੇ ਨੌ ਫੁਰਮਾਨ ਹੋਆ ਬਰਸੋ ਕਿਰਪਾ ਧਾਰ। ਕਿਸੇ ਚੀਜ਼ ਦਾ ਲਗਾਤਾਰ ਚੱਲਣਾ, ਵਿੱਚੋਂ ਟੁੱਟਣੀ ਨਾ, ਕਿਉਂਕਿ ਹੁਣ ਸਿੱਧਾ ਡਾਇਰੈਕਟ ਹੁਕਮ ਨਾਲ ਜੁੜ ਗਿਆ। ਪਹਿਲਾਂ ਨਾ ਲਿਵਤਾਰ ਸੀ, ਪਹਿਲਾਂ ਲਿਵ ਲਾਈ ਹੋਈ ਸੀਗੀ। ਲਿਵ ਹੁੰਦੀ ਹੈ ਕਿਸੇ ਚੀਜ਼ ਦੀ ਵਿਚਾਰ ਕਰਨੀ, ਜਿਹੜਾ ਵਿਚਾਰ 'ਚੋਂ ਰਸ ਆ ਗਿਆ, ਜਿਵੇਂ 2 ਤੇ 2 4 ਹੈ, ਲਿਵ ਲੱਗੀ। ਪਹਿਲਾਂ 2 ਤੇ 2 4 ਹੁੰਦੇ, ਸੁਣਿਆ ਕਿਸੇ ਤੋਂ, ਤੇ ਮੁੜ ਕੇ ਹੁਣ ਜਿੰਨਾ ਚਿਰ ਜੀਵਨ ਹੈ ਉਹਨਾਂ ਚਿਰ ਸੋਝੀ ਰਹਿਣੇ ਵੀ 2 ਤੇ 2 4 ਹੁੰਦੇ ਹੈ, ਉਹ ਧਾਰ ਹੈ। ਇਸੇ ਤਰ੍ਹਾਂ ਪਹਿਲਾਂ ਸੁਣਿਆ ਵੀ ਹੁਕਮ ਇਸ ਤਰ੍ਹਾਂ ਦਾ ਹੁੰਦਾ ਹੈ, ਹੁਕਮ ਸਰਬ ਵਿਆਪੀ ਹੈ, ਸਾਰਿਆਂ ਦੇ ਹੁਕਮ ਚੱਲਦਾ ਹੈ, ਇਹ ਲਿਵ ਹੈ। ਪਰ ਜਦੋਂ ਹੁਕਮ ਦੇ ਵਿੱਚ ਸੁਰਤ ਆਪ ਚੱਲਦੀ ਹੈ, ਹੁਕਮ ਦੀ ਸੋਝੀ ਆ ਜਾਂਦੀ ਹੈ ਵੀ ਆਹ ਹੁਕਮ ਹੈ, ਉਸ ਹੁਕਮ ਅਨੁਸਾਰ ਚੱਲਦੀ ਹੈ, ਫਿਰ ਉਹ ਧਾਰ ਹੈ। ਤਾਂ ਪਾਤਸ਼ਾਹ ਨੇ ਲਿਖਿਆ ਤਿਸ ਮੈਂ ਧਾਰ ਚੋਐ ਅਤ ਨਿਰਮਲ, ਉਹ ਬੜੀ ਸ਼ੁੱਧ ਹੈ। ਰਸ ਮੈਂ ਰਸਨ ਚੁਆਇਆ, ਕਹਿੰਦੇ ਉਸ ਰਸ ਦੇ ਵਿੱਚੋਂ ਇੰਨਾ ਰਸ ਆਈ ਜਾਂਦਾ, ਚੋਈ ਜਾਂਦਾ ਕਿ ਹਿਰਦਾ ਭਰਦਾ ਹੀ ਨਹੀਂ ਹੈ। ਜਿਵੇਂ ਜਿਵੇਂ ਉਹ ਰਸ ਆਈ ਜਾਂਦਾ, ਤਿਵੇਂ ਤਿਵੇਂ ਹਿਰਦਾ ਵਿਸ਼ਾਲ ਹੋਈ ਜਾਂਦਾ। ਕਿੰਨਾ ਕੁ ਹਿਰਦਾ ਵਿਸ਼ਾਲ ਹੋ ਜਾਂਦਾ? ਬ੍ਰਹਮ ਗਿਆਨੀ ਕੈ ਮਨ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼। ਧਰਤੀ ਵੀ ਛੋਟੀ ਹੈ, ਆਕਾਸ਼ ਦਾ ਕੋਈ ਮਾਪਤਮ ਨਹੀਂ ਹੈ, ਇੰਨਾ ਵਿਸ਼ਾਲ ਹਿਰਦਾ ਹੋ ਜਾਂਦਾ ਗੁਰਮੁਖ ਦਾ। ਜਦੋਂ ਇਸ ਤਰ੍ਹਾਂ ਦਾ ਭਾਣਾ ਕਹਿੰਦੇ ਮੇਰੇ ਨਾਲ ਵਰਤਿਆ, ਕਹਿੰਦੇ ਫਿਰ ਮੈਨੂੰ ਸੋਝੀ ਆਈ। ਕਬੀਰ ਸਾਹਿਬ ਜੀ ਪਾਤਸ਼ਾਹ ਕਹਿੰਦੇ ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਕਹਿੰਦੇ ਫਿਰ ਮੇਰੇ ਅੰਦਰ ਇੱਕ ਗੱਲ ਆਈ ਵੀ ਏਕ ਜੋ ਬਾਤ ਅਨੂਪ ਬਣੀ ਹੈ, ਵੀ ਜੋ ਕੁਛ ਮੈਨੂੰ ਪ੍ਰਾਪਤ ਹੋਇਆ ਤਾਂ ਮੈਂ ਕਿਸੇ ਨੂੰ ਵੀ ਇਹ ਗੱਲ ਦੱਸਾਂ, ਤਾਂ ਉਹਨੂੰ ਦੱਸਣ ਵਾਸਤੇ ਪਵਨ ਪਿਆਲਾ ਸਾਜਿਆ। ਫਿਰ ਕਹਿੰਦੇ ਮੈਂ ਸ਼ਬਦ ਬਣਾਇਆ ਇੱਕ, ਆਹ ਗੁਰਬਾਣੀ ਪਵਨ ਪਿਆਲਾ ਹੈ। ਇਹਦੇ ਵਿੱਚ ਮਾਇਆ ਦੇ ਅੱਖਰ ਨੇ, ਮਾਇਆ ਦੀ ਸਿਆਹੀ ਹੈ, ਮਾਇਆ ਦਾ ਕਾਗਜ਼ ਹੈ, ਮਾਇਆ ਦੀ ਲਿਖਤ ਹੈ, ਪਰ ਉਸ ਮਾਇਆ ਦੇ ਅੱਖਰਾਂ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ, ਉਹ ਬ੍ਰਹਮ ਦੀ ਕੀਤੀ ਹੈ, ਉਹ ਸੱਚ ਦੀ ਕੀਤੀ ਹੈ। ਉਹ ਪਵਨ ਪਿਆਲਾ ਸਾਜਿਆ।
ਜਿਵੇਂ ਪਵਨ ਗੁਰੂ, ਜਿਹੜਾ ਗੁਰੂ ਹੈ ਸਭ ਤੋਂ ਸ੍ਰੇਸ਼ਟ ਸੁਗਿਆਨ ਹੈ, ਉਹਨੂੰ ਪਵਨ ਦੇ ਦੁਆਰਾ ਦਿੱਤਾ ਜਾਂਦਾ ਵੀ ਜੇ ਕੋਈ ਬੰਦਾ ਬੋਲੇ ਹੀ ਨਾ ਕਿਸੇ ਨੂੰ ਕਿਵੇਂ ਪਤਾ ਲੱਗੂ। ਚਾਹੇ ਅਸੀਂ ਕਿਸੇ ਨੂੰ ਇਸ਼ਾਰਾ ਕਰਕੇ ਵੀ ਸਮਝਾਉਂਦੇ ਹਾਂ ਤਾਂ ਅਸੀਂ ਗਿਆਨ ਦਿੰਦੇ ਹਾਂ, ਇਸ਼ਾਰਾ ਵੀ ਇੱਕ ਵਿਦਿਆ ਹੈ। ਉਹਦੇ ਬਾਰੇ ਵੀ ਅਸੀਂ ਕੁਝ ਸੁਣਿਆ ਹੋਇਆ ਹੈ ਜਾਂ ਪੜ੍ਹਿਆ ਹੋਇਆ ਹੈ। ਸੋ ਪਵਨ ਪਿਆਲਾ ਸਾਜਿਆ, ਗੁਰਬਾਣੀ ਸਾਨੂੰ ਪਿਆਲਾ ਸਾਜ ਕੇ ਦਿੱਤੀ ਗਈ ਹੈ। ਪਹਿਲਾਂ ਕਬੀਰ ਸਾਹਿਬ ਨੇ ਆਪਣੇ ਹਿਰਦੇ 'ਚ ਸਾਜੀ, ਅੱਖਰ ਬਣਾਏ, ਅੱਖਰਾਂ ਨੂੰ ਬਣਾ ਕੇ ਫਿਰ ਬਾਹਰ ਦੱਸਿਆ ਜੋ ਉਸ ਵੇਲੇ ਦੀ ਭਾਸ਼ਾ 'ਚ ਸੀ। ਸੋ ਏਕ ਜੋ ਬਾਤ ਅਨੂਪ ਬਣੀ, ਵੀ ਜਿਹੜੀ ਮੇਰੇ ਨਾਲ ਅਨੂਪ ਬਾਤ ਬਣੀ ਉਹੀ ਏਕ ਅਚਰਜ ਜੋ ਵੀ ਮੇਰੇ ਨਾਲ ਹੋਇਆ ਸੀ, ਜੋ ਵੀ ਸਮਾਜ 'ਚ ਕਬੀਰ ਸਾਹਿਬ ਜੀ ਗਏ ਤਾਂ ਉਹ ਹੁਣ ਸਾਨੂੰ ਉਪਦੇਸ਼ ਦਿੰਦੇ। ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਕਹਿੰਦੇ ਹੁਣ ਤਿੰਨੇ ਭਵਨ ਨੇ, ਤਿੰਨੇ ਹੀ ਲੋਕ ਨੇ। ਹੁਣ ਇੱਥੇ ਤਿੰਨ ਲੋਕਾਂ ਦੀ ਗੱਲ ਕੀਤੀ ਗਈ ਹੈ। ਤੀਨ ਭਵਨ ਮੈਂ ਏਕੋ ਜੋਗੀ, ਕਹਿੰਦੇ ਬਸ ਇਹਦੇ ਵਿੱਚ ਇੱਕੋ ਹੀ ਹੈ ਜਿਹੜਾ ਜੋਗੀ ਹੈ, ਜਿਹਨੇ ਜੁੜਨਾ। ਉਹ ਜੁੜਿਆ ਕਿਹਦੇ ਨਾਲ ਹੋਇਆ? ਜੇ ਤਾਂ ਮਾਇਆ ਨਾਲ ਜੁੜਿਆ ਹੋਇਆ ਤਾਂ ਭੋਗੀ ਹੈ, ਜੇ ਹੁਕਮ ਨਾਲ ਜੁੜ ਜਾਂਦਾ ਤਾਂ ਜੋਗੀ ਹੈ। ਕਹੋ ਕਵਨ ਹੈ ਰਾਜਾ, ਕਹਿੰਦੇ ਕੀ ਕਹਾ ਹੁਣ ਵੀ ਕੌਣ ਹੈ ਉਹ? ਇਹ ਤਾਂ ਹੁਣ ਬ੍ਰਹਮ ਗਿਆਨੀ ਕੀ ਕਹਤਾ, ਬ੍ਰਹਮ ਗਿਆਨੀ ਜਾਣਾ। ਕਬੀਰ ਸਾਹਿਬ ਜਿਸ ਵੇਲੇ ਆਪ ਨੇ ਉਸ ਵੇਲੇ ਉਹਨਾਂ ਦੇ ਸਾਹਮਣੇ ਕੋਈ ਨਹੀਂ ਹੈ। ਪੂਰੀ ਸ੍ਰਿਸ਼ਟੀ 'ਚ ਨਿਗਾਹ ਮਾਰ ਕੇ ਦੇਖੀ ਉਹਨਾਂ ਨੇ, ਜਿੰਨੀ ਮਨੁੱਖਤਾ ਸੀ ਉਹਨਾਂ ਨੂੰ, ਉਸ ਮਨੁੱਖਤਾ ਦੇ ਵਿੱਚ ਕੋਈ ਵੀ ਐਸਾ ਨਹੀਂ ਮਿਲਿਆ ਕਿ ਜਿਹੜਾ ਉਹਨਾਂ ਵਰਗਾ ਹੋਵੇ। ਅੱਗੇ ਜਾ ਕੇ ਦੱਸਣਗੇ ਗੱਲ ਇਸੇ ਸ਼ਬਦ 'ਚ ਕਿ ਕਹੋ ਕਵਨ ਹੈ ਰਾਜਾ, ਕਿਵੇਂ ਕਹਾਂ ਵੀ ਕੌਣ ਰਜੇ। ਸਾਰੇ ਤਾਂ ਭੁੱਖੇ ਹੈ, ਸਾਰਿਆਂ ਦੇ ਅੰਦਰ ਤਾਂ ਮਾਇਆ ਦੀਆਂ ਇੱਛਾਵਾਂ ਨੇ, ਸਾਰੇ ਤਾਂ ਮਾਇਆ ਦੀਆਂ ਅਰਦਾਸਾਂ ਕਰਦੇ ਆ, ਸਾਰੇ ਮਾਇਆ ਦੀਆਂ ਬੇਨਤੀਆਂ ਕਰਦੇ। ਬੜੀ ਹੈਰਾਨੀ ਹੁੰਦੀ ਹੈ। ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਸੱਚ ਮੇਰੇ ਹਿਰਦੇ 'ਚੋਂ ਪ੍ਰਗਟ ਹੋਇਆ ਵੀ ਇਹ ਜਿਹੜੇ ਸੰਸਾਰ ਦੇ ਲੋਕ ਨੇ, ਧਾਰਮਿਕ ਆਗੂ ਨੇ, ਗੁਰੂ ਕਹਾਉਂਦੇ ਆ, ਵੱਡੇ ਵੱਡੇ ਮੁਨੀਵਰ ਕਹਾਉਂਦੇ ਆ, ਜੋਗੀ ਕਹਾਉਂਦੇ ਆ, ਸੁਰ ਕਹਾਉਂਦੇ ਆ, ਨਰ ਕਹਾਉਂਦੇ ਆ, ਗੰਧਰਵ ਕਹਾਉਂਦੇ ਆ, ਇਹ ਤਾਂ ਸਾਰੇ ਮਾਇਆ ਨਾਲ ਜੁੜੇ ਹੋਏ ਆ। ਇਹ ਗੱਲਾਂ ਉਸ ਰੱਬ ਦੀਆਂ ਕਰਦੇ ਨੇ, ਗੱਲ ਪ੍ਰਭ ਦੀ ਕਰਦੇ ਆ, ਪਰ ਜੁੜਦੇ ਮਾਇਆ ਨਾਲ। ਕਹਿੰਦੇ ਇਹਨਾਂ ਤਾਂ ਮੇਖੁਲੀ ਲੱਗੀ ਹੋਈ ਹੈ, ਇਹਨਾਂ ਦਾ ਠੱਗੀ ਵੱਜੀ ਹੋਈ ਹੈ, ਹੁਕਮ ਨੇ ਭਰਮਾ ਲਏ। ਇਹ ਇਹਨਾਂ ਦਾ ਆਪਣਾ ਹੁਕਮ ਸੀ ਜਿਹੜਾ ਉਹਨੇ ਇਹਨਾਂ ਨੂੰ ਭਰਮਾ ਲਿਆ। ਕਹਿੰਦੇ ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਕਹਿੰਦੇ ਮੈਂ ਕੀ ਕਹਾਂ? ਪਰ ਪਾਤਸ਼ਾਹ ਕਹਿੰਦੇ ਐਸੇ ਗਿਆਨ ਪ੍ਰਗਟਿਆ ਪ੍ਰਖੋਤਮ, ਕਹੋ ਕਬੀਰ ਰੰਗ ਰਾਤਾ। ਕਬੀਰ ਸਾਹਿਬ ਜੀ ਕਹਿੰਦੇ ਮੇਰੇ ਹਿਰਦੇ 'ਚ ਕੀ ਹੋਇਆ? ਐਸਾ ਗਿਆਨ ਪ੍ਰਗਟਿਆ। ਦੇਖੋ ਗਿਆਨ ਪ੍ਰਗਟਿਆ, ਪ੍ਰਗਟ ਗਿਆਨ ਹੁੰਦਾ, ਹੋਰ ਕੋਈ ਚੀਜ਼ ਪ੍ਰਗਟ ਨਹੀਂ ਹੁੰਦੀ। ਪ੍ਰਾਤਮਾ ਨੂੰ ਆਪਣੇ ਆਪੇ ਦੀ ਸੋਝੀ ਆਉਂਦੀ ਹੈ, ਪ੍ਰਾਤਮਾ ਨੂੰ ਆਪਣੇ ਆਪ ਬਾਰੇ ਪਤਾ ਲੱਗਦਾ ਕਿ ਮੈਂ ਕੌਣ ਹਾਂ। ਤੂੰ ਕੌਣ ਰੇ, ਵੀ ਤੂੰ ਕੌਣ ਹੈ? ਮੈਂ ਜੀ ਆਪਣੇ ਆਪ ਨਾਲ ਹੀ ਗੱਲ ਕਰਦਾ ਵੀ ਮੈਂ ਤਾਂ ਨਾਮ ਹੈ, ਨਾਮ ਸਰੂਪ ਹੈ। ਹੋ ਜੀ ਕਹਿੰਦਾ ਅੱਛਾ ਅੱਛਾ ਹੁਣ ਪਤਾ ਲੱਗਿਆ ਵੀ ਇਹ ਤਾਂ ਮੈਂ ਹੀ ਹਾਂ। ਆਲਾ ਤੇ ਨਿਵਾਰਣਾ, ਕਹਿੰਦਾ ਆਲਾ ਸਭ ਤੋਂ ਸ੍ਰੇਸ਼ਟਾ ਮੈਂ ਹੀ ਹੈ। ਨਿਵਾਰਣਾ ਜਮ ਕਾਰਨ, ਕਹਿੰਦਾ ਜਦੋਂ ਮੇਰੇ ਅੰਦਰੋਂ ਨਿਵਾਰਨ ਹੋਇਆ, ਜਮ ਸੀ ਜਿਹੜਾ ਉਹੀ ਤਾਂ ਕਾਰਨ ਸੀ, ਜਿਹੜਾ ਮੈਨੂੰ ਆਪਣੇ ਆਪੇ ਦੀ ਸੋਝੀ ਨਹੀਂ ਸੀ ਆਉਣ ਦਿੰਦਾ ਵੀ ਮੈਂ ਕੌਣ। ਤਾਂ ਹੀ ਪਾਤਸ਼ਾਹ ਨੇ ਰੱਖਿਆ ਨਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਿਤੇ ਵੀ ਗੁਰਬਾਣੀ 'ਚ ਦੂਜੇ ਦੀ ਗੱਲ ਨਹੀਂ ਕੀਤੀ ਗਈ, ਇਹਦੀ ਉਹ ਗੱਲ ਕੀਤੀ ਹੈ। ਤੁਧ ਬਿਨ ਦੂਜਾ ਨਾ ਹੀ ਕੋਏ, ਕਹਿੰਦੇ ਤੇਰੇ ਤੋਂ ਬਿਨਾਂ ਕੋਈ ਨਹੀਂ ਹੈ, ਤੂੰ ਆਪ ਹੀ ਹੈ। ਤੂੰ ਕਰਤਾਰ, ਤੂੰ ਹੀ ਤਾਂ ਕਰਤਾਰ ਹੈ। ਕਰੇ ਸੋ ਹੋਏ, ਕਰਕੇ ਦੇਖ। ਕਹਿੰਦੇ ਚਾਹੇ ਤੂੰ ਮਾਇਆ ਵਾਲੇ ਪਾਸੇ ਨੂੰ ਵੱਧ ਕੇ ਦੇਖ ਲੈ, ਚਾਹੇ ਸੱਚ ਵਾਲੇ ਪਾਸੇ ਨੂੰ ਵੱਧ ਕੇ ਦੇਖ ਲੈ, ਵਧਣਾ ਜੀਵ ਨਹੀਂ ਹੈ। ਚਾਹੇ ਤਾਂ ਜੀਵ ਆਪਣਾ ਕਾਰਜ ਸਵਾਰ ਲਵੇ, ਚਾਹੇ ਵਿਗਾੜ ਲਵੇ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਤਾਂ ਵੀ ਜੀਵ ਦੀ ਗੱਲ ਹੈ। ਆਪਣਾ ਹੱਥੀਂ ਆਪਣਾ ਆਪੇ ਹੀ ਕਾਰਜ ਸਵਾਰੀਏ, ਤਾਂ ਵੀ ਜੀਵ ਦੀ ਗੱਲ ਹੈ। ਦੂਜੇ ਦੀ ਤਾਂ ਕਿਸੇ ਦੀ ਗੱਲ ਹੀ ਨਹੀਂ।
ਜਿਨ੍ਹਾਂ ਨੇ ਆਪਣਾ ਕਾਰਜ ਸਵਾਰਿਆ, ਕਬੀਰ ਸਾਹਿਬ ਨੇ ਸਵਾਰਿਆ, ਉਹਨਾਂ ਨੇ ਤਾਂ ਦੱਸਿਆ ਵੀ ਮੈਂ ਆਪਣਾ ਕਾਰਜ ਸਵਾਰਿਆ ਭਾਈ। ਹੁਣ ਉਹਨਾਂ ਦਾ ਜਿਹੜਾ ਉਪਦੇਸ਼ ਸਾਨੂੰ ਦਿੱਤਾ ਹੈ ਉਹਦੇ ਚੋਂ ਅਸੀਂ ਮੰਨ ਲਈਏ ਤਾਂ ਅਸੀਂ ਵੀ ਆਪਣਾ ਕਾਰਜ ਸਵਾਰ ਲਾਂਗੇ। ਤਾਂ ਪਾਤਸ਼ਾਹ ਕਹਿੰਦੇ ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਮੈਨੂੰ ਪਤਾ ਲੱਗ ਗਿਆ ਕਿ ਜਿਹੜਾ ਸਭ ਤੋਂ ਸ੍ਰੇਸ਼ਟ ਪੁਰਸ਼ ਹੈ, ਪੁਰਖ ਓਤਮ, ਸਭ ਤੋਂ ਸ੍ਰੇਸ਼ਟ ਪੁਰਖ। ਕਹੋ ਕਬੀਰ ਰੰਗ ਰਾਤਾ, ਸਭ ਤੋਂ ਸ੍ਰੇਸ਼ਟ ਪੁਰਸ਼ ਕੌਣ ਹੈ? ਹੁਕਮ ਹੈ, ਆਪਣਾ ਆਪ ਹੈ। ਉਹਦੇ ਰੰਗ ਦੇ ਵਿੱਚ ਮੈਂ ਰਤਿਆ ਗਿਆ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਆ ਦੇਖੋ ਲਿਖਿਆ ਆ ਗਿਆ ਨਾ ਅੱਗੇ, ਤਾਂ ਹੀ ਉੱਪਰ ਲਿਖਿਆ ਸੀ ਪਾਤਸ਼ਾਹ ਨੇ ਵੀ ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਵੀ ਮੈਂ ਕੀ ਕਹਾ, ਇੱਥੇ ਕੋਈ ਰਾਜਾ ਹੈ ਹੀ ਨਹੀਂ, ਭਾਵ ਕੇ ਰੱਜਿਆ ਹੋਇਆ ਹੀ ਨਹੀਂ। ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਇਹ ਤਾਂ ਸਾਰੇ ਸੁਪਨੇ 'ਚ ਭਿਖਾਰੀ ਬਣੇ ਫਿਰਦੇ ਆ। ਹਾਏ ਰਾਜੇ, ਕਿੱਡੀ ਹੈਰਾਨੀ ਦੀ ਗੱਲ ਹੈ। ਇਹਨਾਂ ਨੂੰ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਇਹ ਤਾਂ ਗਿਣਤੀ ਓ ਬਹੁਤ ਹੈ ਇਹਨਾਂ ਦੀ। ਤਾਂ ਕਹਿੰਦੇ ਔਰ ਦੁਨੀ ਸਭ ਭਰਮ ਭੁਲਾਨੀ। ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਜਿਸ ਵੇਲੇ ਕਬੀਰ ਸਾਹਿਬ ਸੰਸਾਰ 'ਚ ਵਿਚਰਦੇ ਆ, ਉਹਨਾਂ ਤੋਂ ਬਿਨਾਂ ਸੰਸਾਰ 'ਚ ਕਿਸੇ ਨੂੰ ਬ੍ਰਹਮ ਬਾਰੇ ਨਹੀਂ ਸੀ ਪਤਾ। ਇੰਨੀ ਗੱਲ ਕਹਿਣ ਨਾਲ ਸਾਰੀ ਜਿਹੜੀ ਧਰਮ ਦੀ ਫਿਲਾਸਫੀ ਸੀ ਚੇਂਜ ਕਰ ਦਿੱਤੀ, ਸਾਰਿਆਂ ਨੂੰ ਰੱਦ ਕਰ ਦਿੱਤਾ। ਭਗਤ ਹਮੇਸ਼ਾ ਹੀ ਸੰਸਾਰ ਨੂੰ ਰੱਦ ਕਰਦਾ ਹੈ, ਕਿਉਂਕਿ ਭਗਤ ਆਪਣੇ ਆਪ 'ਚ ਹੁੰਦਾ ਹੈ। ਤਾਂ ਹੀ ਆਖਿਆ ਨਾ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਦੇ ਵੀ ਨਹੀਂ ਹੋ ਸਕਦਾ ਕਿ ਭਗਤ ਦੀ ਸੰਸਾਰ ਨਾ ਬਣਨਾ ਜਾਵੇ। ਭਗਤ ਦਾ ਸੰਸਾਰ ਦੇ ਨਾਲ 36 ਦਾ ਅੰਕੜਾ ਰਹੂਗਾ ਹੀ ਰਹੂਗਾ। ਪਰ ਅੱਜ ਜਿਹੜੇ ਸਾਡੇ ਸੰਸਾਰੀ ਧਾਰਮਿਕ ਲੋਕ ਨੇ, ਉਹ ਸੰਸਾਰ ਨਾਲ ਜੁੜੇ ਪਏ ਆ। ਅਸੀਂ ਉਹਨਾਂ ਨੂੰ ਵੀ ਉਸੇ ਦ੍ਰਿਸ਼ਟੀ ਤੋਂ ਦੇਖੀ ਜਾਂਦੇ ਆ, ਕਿਉਂਕਿ ਅਸੀਂ ਖੁਦ ਆਪ ਸੰਸਾਰ ਨਾਲ ਜੁੜੇ ਹੋਏ ਆ। ਗੁਰਮੁਖ ਕਦੇ ਵੀ ਸੰਸਾਰ ਨਾਲ ਨਹੀਂ ਜੁੜੂਗਾ, ਇਹੀ ਨਿਸ਼ਾਨੀ ਹੈ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋੜੀ। ਉਹ ਤਾਂ ਤੋੜਦਾ ਹੈ, ਉਹ ਜੋੜਦਾ ਨਹੀਂ ਹੈ। ਔਰ ਦੁਨੀ ਸਭ ਭਰਮ ਭੁਲਾਨੀ। ਕਬੀਰ ਸਾਹਿਬ ਪਾਤਸ਼ਾਹ ਕਹਿੰਦੇ ਬਾਕੀ ਸਾਰੀ ਦੁਨੀਆ ਕਹਿੰਦੇ ਭਰਮ 'ਚ ਭੁੱਲੀ ਪਈ ਹੈ। ਮਨ ਰਾਮ ਰਸਾਇਣ ਮਾਤਾ। ਜਿਹੜਾ ਮੇਰਾ ਰਾਮ ਸੀ, ਉਹਦਾ ਜਿਹੜਾ ਮਨ ਸੀ, ਉਹ ਤਾਂ ਰਸਾਇਣ 'ਚ ਮੱਤਿਆ ਗਿਆ। ਰਸਾਇਣ ਕੀ ਹੈ? ਹੁਕਮ। ਰਸਾਇਣ ਕੀ ਹੈ? ਨਾਮ। ਉਸ ਨਾਮ ਦੇ ਰੰਗ ਵਿੱਚ ਮਸਤ ਹੈ, ਆਨੰਦ ਹੈ, ਪ੍ਰਸੰਨ ਚਿੱਤ ਹੋ ਕੇ ਵਿਚਰਦਾ। ਸੋ ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਇੱਥੋਂ ਤੱਕ ਹੀ ਅੱਜ ਦੇ ਸ਼ਬਦ ਦੀ ਵਿਚਾਰ ਸੀ, ਜੋ ਗੁਰਕਿਰਪਾ ਦੁਆਰਾ ਕੀਤੀ ਗਈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।